ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰਮਤਿ ਬਾਣੀ ਹਰਿ ਹਰਿ ਤੇਰੀ ਸੁਣ ਸੁਣ ਹੋਵੈ ਪਰਮ ਗਤ ਮੇਰੀ। ਜਨਨ ਮੁਝੇ ਸੀਤਲ ਹੋਇ ਮਨੁਆ ਸਭ ਕਾ ਦਰਸ਼ਨ ਪਾਇਓ। ਬਾਣੀ ਦਿਲੋ ਵਿਚਾਰਸੀ ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਵਾਹਿਗੁਰੂ ਸਾਹਿਬ ਜੀ। ਮਾਘ ਮਹੱਲਾ ਪੰਜਵਾਂ। ਆਓ ਸਾਜਨ ਸੰਤ ਮੀਤ ਪਿਆਰੇ। ਮਿਲ ਗਾਵੈ ਗੁਣ ਅਗੰਮ ਅਪਾਰੇ। ਆਓ ਸਾਜਨ ਸੰਤ ਮੀਤ ਪਿਆਰੇ। ਮਿਲ ਗਾਵੈ ਗੁਣ ਅਗੰਮ ਅਪਾਰੇ। ਗਾਵਤ ਸੁਣਤ ਸਭੇ ਮੁਕਤੇ। ਸੋ ਧਿਆਈਐ ਜਿਨ ਹਮ ਕੀਓ। ਜਨਮ ਜਨਮ ਕੇ ਜਿਨ ਮਿਟ ਜਾਵੇ। ਮਨ ਜਿੰਦੇ ਸੇ ਪਲ ਪਾਵੈ। ਸਿਮਰ ਸਾਹਿਬ ਸੋ ਸੱਚ ਸੁਆਮੀ। ਰਿਜਕ ਸਬਸ ਕੋ ਦੀਏ ਜੀਓ। ਨਾਮ ਜਪਤ ਸਰਬ ਸੁਖ ਪਾਈਐ। ਸਭ ਭਉ ਬਿਨਸੈ ਹਰਿ ਹਰਿ ਧਿਆਈਐ। ਜਿਨ ਸੇਵਿਆ ਸੋ ਪਾਰ ਗ੍ਰਾਮੇ। ਕਾਜ ਸਗਲੇ ਥੀਏ ਜੀਓ। ਆਏ ਪਿਆ ਤੇਰੀ ਸ਼ਰਨਾਈ। ਜਿਉ ਪਾਵੈ ਤਿਉ ਲੈ ਮਿਲਾਈ। ਕਰ ਕਿਰਪਾ ਪ੍ਰਭ ਭਗਤੀ ਲਾਵੋ। ਸਚ ਨਾਨਕ ਅੰਮ੍ਰਿਤ ਪੀਏ ਜੀਓ। ਆਏ ਪਿਆ ਤੇਰੀ ਸ਼ਰਨਾਈ। ਜਿਉ ਪਾਵੈ ਤਿਉ ਲੈ ਮਿਲਾਈ। ਕਰ ਕਿਰਪਾ ਪ੍ਰਭ ਭਗਤੀ ਲਾਵੋ। ਸਚ ਨਾਨਕ ਅੰਮ੍ਰਿਤ ਪੀਏ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਮਾਜੋ ਗੁਰੂ ਗੁਰੂ ਪਿਆਰੀ ਗੁਰੂ ਸਵਾਮੀ ਸਦਾ ਸੰਗਤ ਜੀਓ। ਆਪ ਦੇਵਤਾ ਕਾ ਵਾਲੇ ਹੋ ਜੋ ਸਾਹਿਬਾਨ ਦੀ ਬਾਤ ਨੂੰ ਤਰ੍ਹਾਂ ਜੀ ਦੀ ਬੈਠੇ ਪਾਵਨ ਦੇ ਮਨਾਂ ਦੀਆਂ ਰਾਣੀਆਂ ਦੇ ਬਾਰੇ ਆਪਣੇ ਬੜੇ ਪਿਆਰ ਸਤਿਕਾਰ ਦੇ ਨਾਲ ਗੁਰੂ ਘਰ ਦੇ ਅਜੀਬ ਕੀਰਤਨੀ ਅਤੇ ਸੁਧਾਰ ਜੋ ਸਨਮਾਨ ਜੋ ਭਾਈ ਸਾਹਿਬ ਭਾਈ ਦਾ ਸੰਗੀਤ ਦੇ ਪਾਸੋਂ ਸ਼੍ਰੀ ਆਸਾ ਜੀ ਦੀ ਬਾਤ ਦਾ ਕੀਰਤਨ ਸਰਵਣ ਕੀਤਾ ਹੈ। ਹੁਣ ਸਭਾ ਇਸ ਪਾਵਨ ਸਥਾਨ ਦੀ ਜਾਗਰਣ ਮਰਿਆਦਾ ਅਨੁਸਾਰ ਲੜੀ ਵਾਰ ਸ਼ਬਦੀ ਵਿਚਾਰ ਦਾ ਲੜੀ ਵਾਰ ਸ਼ਬਦੀ ਵਿਚਾਰ ਨੂੰ ਸਰਵਣ ਕਰਵਾ ਰਹੇ ਨੇ। ਪੰਥ ਦੇ ਮਹਾਨ ਵਿਦਵਾਨ ਦੀ ਸਰਕਾਰ ਨੂੰ ਸਨਮਾਨ ਨੂੰ ਭਾਈ ਸਾਹਿਬ ਭਾਈ ਗਰਪਾਲ ਸਿੰਘ ਜੀ
आओ अपना पासों इस तरह बड़े प्यार संतान में बैठ के इस पावन शक्ति जाप को समझ करिए जी। वाहिगुरू जी का खालसा वाहिगुरू जी की फतेह। एक गरीब निवाज गरीब निवाज हम बद वक्त जो बखील गाफिल बेनजर बेबाक नानक बगोयत जन तुरा तेरे जाकरा पाखा तू ना हो जती सती नहीं पढ़िया मूर्ख मुक्ता जन्म भया प्रणत नानक तिन की शरणा जिन तू नानी शरिया मत सुमत तेरे हम जंत तू पुरख जंतनी जन नानक की प्रभ करते स्वामी जो भावै वाहिगुरु ज्यों ज्यों भावै तिवै भुलैनी अगम अगोचर सच साकिब मेरा नानक बोलै बोलाया तेरा रहमतां दे साईं वाली कुल दो आलम समੁੱਚੀ मानवता दे सांझे रहबर शब्द गुरु जगत गुरु मिट बोलड़े गुरुदेव पातशाह अराजान राज पानान पान देवान देव उपमा महान की समर्था रखने वाले दीन दयाल दीना बंधु कृपा निध दया सिंध साहिब सतगुरु गरीब निवाज धन 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 श्री गुरु ग्रंथ साहिब महाराज गुरुदेव सतगुरु पातशाह जी दी मुबारक पाक पवित्र चरण शरण अंदर गुरुदेव सतगुरु जी दी मुबारक धन गुरु नानक साहिब पातशाह जी दी चरण छो प्राप्त स्थान गुरुद्वारा नानक प्याऊ विखे सुभाएमान होए
ਸ਼ਰਧਾ ਭਾਵਨਾ ਦੇ ਨਾਲ ਜੁੜ ਬੈਠੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਰਹੇ ਗੁਰਸਿੱਖ ਮਾਈ ਭਾਈ ਸਤਸੰਗੀ ਜਨੋਂ, ਆਪ ਸਾਰੇ ਹੀ ਸ੍ਰੇਸ਼ਟ ਉੱਤਮ ਭਾਗਾਂ ਵਾਲੇ ਕੋ, ਜਿਨ੍ਹਾਂ ਨੂੰ ਸਤਿਗੁਰੂ ਪਾਤਸ਼ਾਹ ਦੀ ਬਖਸ਼ਿਸ਼ ਨਦਰੇ ਅਨਾਇਤ ਸਦਕਾ ਗੁਰਦੇਵ ਪਿਤਾ ਜੀ ਦੇ ਮੁਬਾਰਕ ਚਰਨ ਪਰਸਨ ਦਾ ਆਪ ਜੀ ਨੂੰ ਸੁਭਾਗ ਪ੍ਰਾਪਤ ਹੋਇਆ ਹੈ। ਆਪ ਜੀ ਨੇ ਬੜੇ ਹੀ ਸ਼ਰਧਾ ਪਿਆਰ ਸਹਿਤ ਗੁਰੂ ਕੇ ਪਿਆਰਿਆਂ ਪਾਸੋਂ ਅਰਬੀ ਬਾਣੀ ਦਾ ਰਸ ਪੀਣਾ, ਅੰਮ੍ਰਿਤਮਈ ਬਚਨਾਂ ਦਾ, ਰੂਹਾਨੀਅਤ ਭਿੱਜੇ ਬਚਨਾਂ ਦਾ ਰਸ ਪੀਣਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਉਪਰੰਤ ਆਪ ਜੀ ਨੇ ਬੜੇ ਹੀ ਸਤਿਕਾਰ ਸਹਿਤ ਸਿੰਘ ਸਾਹਿਬ ਹੋਰਾਂ ਪਾਸੋਂ ਇਸ ਗੁਰ ਸਥਾਨ ਤੇ ਜੋ ਲੜੀਵਾਰ ਗੁਰ ਸ਼ਬਦ ਵਿਆਖਿਆ ਰੋਜ਼ ਦੀ ਮਰਿਆਦਾ ਅਨੁਸਾਰ ਆਪ ਜੀ ਨੇ ਜੋ ਲੜੀ ਦੇ ਅਧੀਨ ਜੋ ਵਿਚਾਰ ਅਧੀਨ ਅੱਜ ਦਾ ਅੰਮ੍ਰਿਤਮਈ ਕੇ ਗੁਰਵਾਰ ਅੰਮ੍ਰਿਤਮਈ ਬਚਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਅੰਮ੍ਰਿਤਮਈ ਰਸਨਾ ਤੋਂ ਉਚਾਰਨ ਕੀਤੇ ਹੋਏ ਰੂਹਾਨੀਅਤ ਭਿੱਜੇ ਬੋਲ ਆਪ ਜੀ ਨੇ ਮੂਲ ਪਾਠ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ। ਆਓ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ 'ਚ ਜੋਦੜੀ ਕਰੀਏ, ਸਾਰੇ ਰਲ ਮਿਲ ਪ੍ਰਾਰਥਨਾ ਬੇਨਤੀ ਕਰੀਏ, ਐ ਸਤਿਗੁਰੂ ਕਿਰਪਾ ਕਰੋ ਆਪ ਜੀ ਦਰਸ ਦੇ ਘਰ ਵਿੱਚ ਆਓ, ਸ਼ਰੀਰ ਕਰਕੇ ਆਪ ਜੀ ਦੇ ਚਰਨਾਂ ਵਿੱਚ ਜੁੜ ਬੈਠੇ ਹਾਂ, ਸੁਰਤ ਕਰਕੇ ਵੀ ਆਪ ਜੀ ਦਾ ਪਿਆਰ ਮਾਣ ਸਕੀਏ। ਆਪ ਮਿਹਰ ਰਹਿਮਤ ਬਖਸ਼ਿਸ਼ ਕਰਕੇ ਬੋਲ ਆਇਆ ਬੋਲੀ ਤੇਰਾ, ਤੂੰ ਸਾਹਿਬ ਗੁਣੀ ਰਹੇਰਾ, ਜਪ ਨਾਨਕ ਨਾਮ ਸੱਚ ਸਾਖੀ, ਆਪਣੇ ਦਾਸ ਕੀ ਪੈਜ ਰਾਖੀ। ਆਪ ਮਿਹਰ ਰਹਿਮਤ ਕਰਕੇ ਬਖਸ਼ਿਸ਼ ਕਰਕੇ ਆਪਣੇ ਬਚਨਾਂ ਦੀ ਵਡਿਆਈ, ਆਪਣੇ ਬਚਨਾਂ ਦੀ ਵਿਚਾਰ ਆਪ ਮਿਹਰ ਰਹਿਮਤ ਕਰਕੇ ਆਪ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਉਹ ਸਿਰ ਤੇ ਛੜੀ ਰੱਖ ਕੇ ਆਪ ਦੀ ਕਿਰਪਾ ਕਰਕੇ ਸੇਵਾ ਲਵੋ। ਸਾਨੂੰ ਸਾਰਿਆਂ ਨੂੰ ਇਕਾਗਰਤਾ ਦੀ ਦਾਤ ਬਖਸ਼ਿਸ਼ ਕਰੋ। ਆਓ ਅਰੰਭਤਾ ਵਿੱਚ ਇੱਕ ਬਚਨ ਧਾਰਨਾ ਰੂਪ ਵਿੱਚ ਗੁਰੂ ਪਾਤਸ਼ਾਹ ਜੀ ਦੇ ਪਾਸ ਆਪਾਂ ਜੋਦੜੀ ਕਰੀਏ। ਸਾਰੀ ਸੰਗਤ ਸੰਕੋਚ ਨਾ ਕਰਨਾ, ਪਿਆਰ ਵਿੱਚ ਸਾਰੇ ਹਾਜ਼ਰੀ ਲਗਵਾਓ। ਗੁਰੂ ਚਰਨਾਂ ਵਿੱਚ ਪਿਆਰ ਸਹਿਤ ਸਾਰੇ ਕਿਰਪਾ ਕਰਿਆ ਜੀ। ਆਪਣਾ ਨਾਮ ਜਪਾਵੋ, ਆਪਣਾ ਨਾਮ ਜਪਾਵੋ, ਆਪਣਾ ਆਪਣਾ ਨਾਮ ਜਪਾਵੋ, ਆਪਣਾ ਨਾਮ ਜਪਾਵੋ, ਆਪਣਾ ਨਾਮ। ਨਾਨਕ ਕੀ ਬੇਨੰਤੀ ਹਰ ਪਹਿ, ਨਾਨਕ ਕੀ ਬੇਨੰਤੀ ਹਰ ਪਹਿ। ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ ਧੰਨ ਵਾਹਿਗੁਰੂ। ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ। ਗੁਰੂ ਕੀ ਸਾਧ ਸੰਗਤ, ਆਓ ਜਿੱਥੇ ਆਪ ਜੀ ਨੇ ਗੁਰੂ ਚਰਨਾਂ ਵਿੱਚ ਪਿਆਰ ਸਹਿਤ ਗੁਰੂ ਸ਼ਬਦ ਰਾਹੀਂ ਹਾਜ਼ਰੀ ਲਗਵਾਈ ਹੈ, ਆਓ ਦਾਸਰੇ ਦੀ ਝੋਲੀ ਵਿੱਚ ਖੈਰ ਪਾਓ, ਆਸੀਸ ਬਖਸ਼ੋ, ਆਗਿਆ ਦਿਓ, ਪ੍ਰੇਮ ਸਹਿਤ ਫਤਿਹ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਮਾਝ ਮਹੱਲਾ ਪੰਜਵਾਂ। ਆਓ ਸਾਜਨ ਸੰਤ ਮੀਤ ਪਿਆਰੇ, ਮਿਲ ਗਾਵਹਿ ਗੁਣ ਅਗਮ ਅਪਾਰੇ। ਸਾਧ ਸੰਗਤ, ਜਿਸ ਸਮਰੱਥ ਗੁਰੂ ਦੀ ਆਪ ਸਤ ਸੰਗਤ ਵਿੱਚ
ਸੁਭਾਏਮਾਨ ਹੋ। इस गुरु की वडियाई है, इस गुरु की महिमा है, उपमा है। ये अपने घर के अंदर जिहड़े जग्यासू जन ने, जिन्हां ने रूहानियत विच जुड़ के उस परमेश्वर की प्रीत के नाल सांझ पानी है, जिन्हां दा चित्त उस मालिक की वडियाई विच जुड़न दा करदा है, या जिन्हां दे अंदर उस परमेश्वर के प्रति तांग है, प्यार है, जिन्हां दे अंदर उस मालिक नूं मिलण दी तड़फ है, उन्हां दे परथाए अज मेरे गरीब निवाज सतगुरु पातशाह बहुत प्यारा एक रबी पैगाम दिंदे पए ने। पैगाम की ऐ रब दे प्यारिओ, ऐ परमेश्वर नाल प्रीत करन वालिओ, ऐ गुरु नानक दे घर विच भावना बना के आउण वालिओ, आओ तुहानूं सतगुरु गुरु नानक साहिब पातशाह जी दी ਉਹ ਜਿਹੜੀ ਜਾਗਦੀ ਜੋਤ ਹੈ ਉਹਦੇ ਪੰਜਵੇਂ ਵਾਰਸ ਅੱਜ ਦੀ ਕਿਰਪਾ ਕਰਦੇ ਪਏ ਨੇ ਕੀ ਭਾਈ ਆਓ ਸਾਜਨ ਸੰਤ ਮੀਤ ਪਿਆਰੇ, ਐ ਰੱਬ ਦੇ ਸੰਤ ਜਨੋ, ਐ ਰੱਬ ਦੇ ਸਜਣੋ, ਐ ਰੱਬ ਦੇ ਮਿੱਤਰੋ, ਆਓ ਗੁਰੂ ਦੇ ਨਾਲ ਤੁਹਾਡੀ ਸਾਂਝ ਬਣ ਸਕੇ, ਪਰਮੇਸ਼ਰ ਦੇ ਨਾਲ ਤੁਹਾਡਾ ਪਿਆਰ ਬਣ ਸਕੇ, ਮਾਲਕ ਦੀ ਵਡਿਆਈ ਦੇ ਅੰਦਰ ਤੁਹਾਡਾ ਚਿੱਤ ਜੁੜ ਸਕੇ। ਇਹਦੇ ਪਰਥਾਏ ਸਤਿਗੁਰੂ ਪਾਤਸ਼ਾਹ ਅੱਜ ਹੁਕਾ ਦਿੰਦੇ ਨੇ। ਸੱਚ ਜਾਣਿਆ ਨੇ ਆਪ ਜਦੋਂ ਅਰਬੀ ਬਾਣੀ ਨੂੰ ਕਿਤੇ ਪਿਆਰ ਪ੍ਰੀਤ ਦੇ ਨਾਲ ਪ੍ਰਤੀਤ ਦੇ ਨਾਲ ਪੜ੍ਹਨ ਦਾ ਯਤਨ ਕਰੋਗੇ, ਸਤਿਗੁਰੂ ਪਾਤਸ਼ਾਹ ਕਈਆਂ ਥਾਵਾਂ ਤੇ ਜਿੱਥੇ ਬੇਨਤੀ ਵੀ ਕਰਦੇ ਨੇ, ਕਈਆਂ ਥਾਵਾਂ ਤੇ ਹੁਕਮ ਵੀ ਦਿੰਦੇ ਨੇ, ਕਈਆਂ ਥਾਵਾਂ ਦੇ ਸਤਿਗੁਰੂ ਪਾਤਸ਼ਾਹ ਆਪ ਪਿਆਰ ਵਿੱਚ ਭਿੱਜ ਕੇ ਆਵਾਜ਼ਾਂ ਵੀ ਦਿੰਦੇ ਨੇ। ਆਪ ਜਿਹੜੇ ਵੀ ਗੁਰਮੁਖ ਪਿਆਰੇ ਅੰਮ੍ਰਿਤ ਵੇਲੇ ਨਿਤਨੇਮ ਕਰਦੇ ਨੇ, ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇਹਨਾਂ 40 ਪੌੜੀਆਂ ਦੇ ਅੰਦਰ 2 ਵਾਰੀ ਆਵਾਜ਼ ਦਿੱਤੀ, 2 ਵਾਰੀ ਪ੍ਰੇਮ ਸਹਿਤ ਸਦਾ ਭੇਜਿਆ ਕਿਹਨਾਂ ਨੂੰ? ਰੱਬ ਦੇ ਆਸ਼ਿਕ ਜਨਾਂ ਨੂੰ, ਰੱਬ ਦੇ ਨਾਲ ਪ੍ਰੀਤ ਕਰਨ ਵਾਲਿਆਂ ਨੂੰ। ਸਾਹਿਬ ਜੀ ਦੇ ਅੰਮ੍ਰਿਤ ਭਿੱਜੇ ਬੋਲ ਆਪ ਪੜ੍ਹਦੇ ਹੋ ਕਿ ਆਵੋ ਸੰਤ ਪਿਆਰਿਓ, ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਤੇਰੀ ਕਿਤ ਦਵਾਰਹਿ ਪਾਈਐ। ਸਹਿਬ ਪਾਤਸ਼ਾਹ ਜੀ ਨੇ ਬਚਨ ਕੀਤੇ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ। ਹੁਕਮ ਕੀ? ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਇਹ ਮਾਲਕ ਜੀ ਨੇ ਆਵੋ ਸੰਤ ਪਿਆਰਿਓ, ਰੱਬ ਦੇ ਪਿਆਰਿਆਂ ਨੂੰ, ਸੰਤ ਜਨਾਂ ਨੂੰ ਇੱਕ ਹੁਕਾ ਦਿੱਤਾ। ਜਾਂ ਕਿ ਐਵੇਂ ਕਹਿ ਲਈਏ ਰੱਬ ਦੇ ਪ੍ਰੀਤ ਜਿਹੜੇ ਪ੍ਰੀਤਵਾਨ ਸੱਜਣ ਨੇ, ਉਹਨਾਂ ਦੇ ਪਰਥਾਏ ਪਿਆਰ ਭਿੱਜਾ ਪੈਗਾਮ ਦਿੱਤਾ। ਐ ਭਾਈ ਆਓ ਮਾਲਕ ਦੇ ਘਰ ਵਿੱਚ ਆ ਕੇ ਜੇਕਰ ਮਾਲਕ ਦੇ ਨਾਲ ਹਿਰਦੇ ਤੋਂ ਸਾਂਝ ਪਾਉਣੀ ਹੈ, ਸੁਰਤ ਸ਼ਬਦ ਦਾ ਮਿਲਾਪ ਚਾਹੁੰਦੇ ਹੋ, ਤੇ ਐ ਭਾਈ ਉਹਦੇ ਘਰ ਵਿੱਚ ਆ ਕੇ ਉਹਦੇ ਗੁਣ ਗਾਓ। ਇੱਕ ਬਚਨ ਹੋਰ ਆਪ ਸਾਰਿਆਂ ਨੂੰ ਜ਼ੁਬਾਨੀ ਯਾਦ ਹੋਵੇਗਾ ਕਿ ਸਾਹਿਬ ਜੀ ਨੇ ਇੱਥੇ ਵੀ ਪਿਆਰ ਵਿੱਚ ਸੱਦਾ ਦਿੱਤਾ ਕਿ ਆਓ ਸਿੱਖ ਸਤ ਗੁਰੂ ਕੇ ਪਿਆਰਿਓ, ਗਾਓ ਸੱਚੀ ਬਾਣੀ, ਬਾਣੀ ਤਾਂ ਗਾਓ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਸਾਹਿਬ ਇਸੇ ਤਰ੍ਹਾਂ ਪੰਚਮ ਗੁਰਦੇਵ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਪਾਤਸ਼ਾਹ ਇਹਨਾਂ ਅੰਮ੍ਰਿਤ ਭਿੱਜੇ ਬੋਲਾਂ ਦੇ ਵਿੱਚ ਵੀ ਇਹ ਕਿਰਪਾ ਕਰ ਰਹੇ ਨੇ ਕਿ ਐ ਰੱਬ ਦੇ ਸੰਤ ਜਨੋ, ਐ ਰੱਬ ਦੇ ਸੰਤ ਸੰਗੀ ਜਨੋ, ਐ ਗੁਰੂ ਨਾਨਕ ਦੇ ਚਰਨਾਂ ਦੇ ਭੋਰਿਓ, ਆਪ ਰੋਜ਼ ਆਓ ਤੇ ਆ ਕੇ ਕਰਨਾ ਕੀ ਹੈ। ਇਹ ਬੇਨਤੀ ਪਿਆਰ ਸਹਿਤ ਸੁਣੋ। ਮਿਲ ਗਾਵਹਿ ਗੁਣ ਅਗਮ ਅਪਾਰੇ, ਉਸ ਅਪਰੰਪਾਰ ਮਾਲਕ ਜਿਹਦਾ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਜਿਹਦੇ ਪਰਥਾਏ ਮੇਰਾ ਸਤਿਗੁਰੂ ਨਾਨਕ ਆਪ ਬਾਣੀ ਦੇ ਵਿੱਚ ਮਾਝ ਕੀ ਵਾਰ ਵਿੱਚ ਕਿਰਪਾ ਕਰਦੇ ਨੇ ਕਿ ਦਿਸੈ ਸੁਣੀਐ ਜਾਣੀਐ ਸਾਹੁ ਨ ਪਾਇਆ ਜਾਏ। ਸਾਹਿਬ ਜੀ ਨੇ ਕਿਹਾ ਜਿਸ ਪਰਮੇਸ਼ਰ ਦੀ ਵਡਿਆਈ ਹੈ, ਜਿਹੜੇ ਉਹਦੇ ਤੱਕ ਪਹੁੰਚ ਕਰਦੇ ਨੇ ਉਹਨਾਂ ਨੂੰ ਦਿਸ ਵੀ ਪੈਂਦਾ ਹੈ, ਜਿਹੜੇ ਉਹਦੇ ਨਾਲ ਪ੍ਰੀਤ ਕਰਦੇ ਨੇ ਉਹਦੇ ਨਾਲ ਬਾਤਾਂ ਵੀ ਪਾਉਂਦੇ ਨੇ, ਪਰ ਇੱਕ ਮਾਇਆ ਦੇ ਵਿੱਚ ਖਚਤ ਪ੍ਰਾਣੀ, ਵਿਕਾਰਾਂ ਦੇ ਵਿੱਚ ਫਸਿਆ ਹੋਇਆ ਜੀਵ, ਉਹ ਕਹਿੰਦਾ ਕਿੱਥੇ ਰੱਬ ਹੈ, ਕਿੱਥੇ ਦਿਸਦਾ ਹੈ, ਕਿੱਥੇ ਉਹਨੂੰ ਸੁਣਿਆ ਜਾਂਦਾ ਹੈ। ਸਾਹਿਬ ਜੀ ਨੇ ਇਹਨਾਂ ਬਚਨਾਂ ਵਿੱਚ ਇਹ ਕਿਰਪਾ ਕੀਤੀ, ਐ ਭਾਈ ਕਿਤੇ ਆਪਣੇ ਅੰਦਰ ਦੀ ਮਲੀਨਤਾ ਨੂੰ ਦੂਰ ਕਰ, ਆਪਣੇ ਅੰਦਰ ਕਦੇ ਰੱਬੀ ਪਿਆਰ, ਰੱਬੀ ਸ਼ਬਦ ਦਾ ਦੀਵਾ ਜਗਾ। ਇਹਦੇ ਨਾਲ ਤੇਰੇ ਅੰਦਰ ਜਦੋਂ ਮਲੀਨਤਾ ਮਿਟੇਗੀ,
ਅੰਦਰ ਕਿਤੇ ਰੱਬ ਦੇ ਸ਼ਬਦ ਦੀ, ਗੁਰੂ ਦੇ ਸ਼ਬਦ ਦਾ ਕਿਤੇ ਦੀਵਾ ਬਲੇਗਾ। ਸੱਚ ਜਾਣਿਆ ਜੇ ਦੀਵਾ ਬਲੇ ਅੰਧੇਰਾ ਜਾਏ। ਤੇਰੇ ਅੰਦਰ ਵੀ ਜਦੋਂ ਸ਼ਬਦ ਦਾ ਚਾਨਣ ਹੋ ਗਿਆ, ਤੈਨੂੰ ਅੰਤਰ ਆਤਮੇ ਪ੍ਰਤੀਤ ਹੋਣ ਲੱਗ ਜਾਏਗਾ ਕਿ ਕੁਦਰਤ ਦਿਸੈ, ਕੁਦਰਤ ਸੁਣੀਐ, ਕੁਦਰਤ ਭਉ ਸੁਖਸਾਰ। ਤੂੰ ਸਭਨੀ ਥਾਈ ਜਿੱਥੈ ਹਉ ਜਾਈ, ਸਾਚਾ ਸਿਰਜਣ ਖਾਰ ਜਿਓ। ਸੋ ਅੱਜ ਮਾਲਕ ਦੀ ਕਿਰਪਾ ਕਰਦੇ ਨੇ ਭਾਈ, ਉਹਦੇ ਨਾਲ ਜੇਕਰ ਪ੍ਰੀਤ ਪਾਉਣੀ ਹੈ, ਜੇਕਰ ਪਿਆਰ ਪਾਉਣਾ ਹੈ, ਆ ਤਿੰਨ ਬਚਨ ਜ਼ਰੂਰ ਪੱਲੇ ਬੰਨਿਆ ਜੇ ਕਿ ਭੈ ਕੇ ਚਰਨ ਕਰ ਭਾਵ ਕੇ ਲੋਇ ਸੁਰਤ ਕਰੇ। ਨਾਨਕ ਕਹਿ ਸਿਆਣੀਐ ਇਹ ਕੰਤ ਮਿਲਾਵਾ ਹੋਈ। ਰੱਬ ਦੇ ਘਰ ਵਿੱਚ ਪਹਿਲਾਂ ਆਵਾਜ਼ ਦਿੱਤੀ ਸਤਿਗੁਰੂ ਨੇ ਅੱਜ ਬੋਲਾਂ ਵਿੱਚ, ਫਿਰ ਕਿਹਾ ਆਓ ਭਾਈ ਉਹਦੇ ਗੁਣ ਗਾਓ। ਗੁਣ ਗਾਉਣ ਦੇ ਨਾਲ ਤੇਰੇ ਅੰਦਰ ਭਉ ਪੈਦਾ ਹੋਏਗਾ, ਤੇਰੇ ਅੰਦਰ ਪਿਆਰ ਪੈਦਾ ਹੋਏਗਾ। ਸੱਚ ਜਾਣਿਆ ਜੇ ਇਸ ਤੋਂ ਅੱਗੇ ਜਗਿਆਸੂ ਜਨ ਨੂੰ ਕਿਤੇ ਸ਼ਬਦ ਸੁਰਤ ਦਾ ਮਿਲਾਪ ਵੀ ਹਾਸਲ ਹੋਏਗਾ। ਇਸੇ ਤਰ੍ਹਾਂ ਸਾਹਿਬ ਕਹਿੰਦੇ ਨੇ ਫਿਰ ਉਹਦੀ ਬਰਕਤ ਕੀ ਹੈ, ਉਹਦੇ ਨਾਲ ਹਾਸਲ ਕੀ ਹੋਏਗਾ, ਮਿਲੇਗਾ ਕੀ। ਸਾਹਿਬ ਕਿਰਪਾ ਕਰਦੇ ਨੇ ਗਾਵਤ ਸੁਣਤ ਸਬਦੇ ਕੀ ਮੁਕਤੇ, ਸੋ ਤਿਹਾਈਐ ਜਿਨ ਹਮ ਕੀਏ ਜੀਓ। ਹੁਣ ਜੀਵ ਆਤਮਾ ਜਗਿਆਸੂ ਜਨ ਉਹਦੇ ਨਾਲ ਪ੍ਰੀਤ ਪਾ ਬੈਠਾ, ਜਿਹਦੇ ਕਰਕੇ ਇਹਦੀ ਆਪਣੀ ਹੋਂਦ ਹੈ। ਦ੍ਰਿਸ਼ਟਮਾਨ ਦੁਨੀਆ ਦੇ ਅੰਦਰ ਵੈਸੇ ਜੋ ਕੁਝ ਵੀ ਦਿਸਦਾ ਹੈ, ਕਿਤੇ ਆਪ ਡੀਪਲੀ ਬਾਣੀ ਦੀ ਵਿਚਾਰ ਕਰੋ, ਪੱਲੇ ਬਾਤ ਇਹ ਪਵੇਗੀ ਭਾਈ ਜੋ ਵਰਤਾਰਾ ਵਰਤ ਰਿਹਾ ਹੈ ਇਹ ਅਸਲ ਵਿੱਚ ਉਸ ਅਣ ਦਿਸਦੇ ਦੇ ਕਰਕੇ ਹੈ, ਉਸ ਅਦ੍ਰਿਸ਼ਟ ਪ੍ਰਭੂ ਕਰਕੇ ਹੈ। ਜਿੰਨੀ ਸ੍ਰਿਸ਼ਟੀ, ਜਿੰਨੇ ਵੀ ਤੁਹਾਨੂੰ ਖੰਡ ਬ੍ਰਹਿਮੰਡ ਪਤਾਲ ਜੋ ਕੁਝ ਵੀ ਨਜ਼ਰ ਆਉਂਦਾ ਹੈ, ਇਹ ਚੰਮ ਦਾ ਲਿਫਾਫਾ ਜਿਹਦੀ ਅਸਲ ਵਿੱਚ ਕਿੰਨੀ ਕੁ ਪਾਇਆ ਹੈ, ਇਹਦੀ ਵੀ ਹੋਂਦ, ਜਿੰਨੇ ਪਦਾਰਥ ਜੋ ਕੁਝ ਵੀ ਹੈ, ਇਹ ਮਾਲਕ ਦੀ ਉਸ ਬਖਸ਼ਿਸ਼ ਦੇ ਕਰਕੇ ਹੈ ਜਾਂ ਮਾਲਕ ਦੇ ਕਰਕੇ ਸੰਸਾਰ ਹੈ। ਨਿਰੰਕਾਰ ਹੈ, ਸੰਸਾਰ ਹੈ। ਨਿਰੰਕਾਰ ਦੀ ਬਖਸ਼ਿਸ਼ ਦੇ ਨਾਲ ਹੀ ਸਾਰੇ ਕੁਝ ਸੁੱਖ ਨੇ। ਇਸੇ ਤਰ੍ਹਾਂ ਸਾਹਿਬ ਕਹਿੰਦੇ ਨੇ ਜੀਵ ਨੂੰ ਸਮਝ ਪੈ ਗਈ ਸੋ ਧਿਆਈਐ ਜਿਨ ਖੰਭ ਕੀਏ ਜੀਓ। ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਵਾ ਦਿੱਤੀ ਬੋਲੇ ਤਾਕ, ਜਿਨ ਮਨ ਰਾਖਿਆ ਅਗਨੀ ਪਾਏ, ਵਾਜੈ ਪਵਨ ਆਖੈ ਸਭ ਜਾਏ। ਮਨੁੱਖ ਨੂੰ ਸਮਝ ਪੈ ਗਈ, ਸਿੱਖ ਨੂੰ ਸਮਝ ਪੈ ਗਈ ਤੇ ਸਾਹਿਬ ਕਹਿੰਦੇ ਨੇ ਇਹਦੇ ਨਾਲ ਫਿਰ ਇਹ ਰੱਬੀ ਬਾਣੀ ਗਾਉਂਦਾ ਹੈ, ਗੁਰੂ ਨਾਨਕ ਸਾਹਿਬ ਦੇ ਚਰਨਾਂ ਨਾਲ ਪ੍ਰੀਤ ਕਰਦਾ ਹੈ। ਉਸ ਨਿਰਗੁਣ ਸਰੂਪ ਨੂੰ ਆਪਣੇ ਹਿਰਦੇ ਵਿੱਚ ਥਾਂ ਦੇ ਦਿੱਤੀ। ਹੁਣ ਹਰ ਵੇਲੇ ਇਹਨੂੰ ਐਵੇਂ ਜਾਪਦਾ ਹੈ ਗੁਰੂ ਮੇਰੇ ਤੋਂ ਦੂਰ ਨਹੀਂ। ਗੁਰੂ ਕੇਵਲ ਗੁਰਦੁਆਰਾ ਨਾਨਕ ਪਿਆਉ ਵਿੱਚ ਸੀਮਤ ਨਹੀਂ। ਗੁਰੂ ਦੀ ਹੋਂਦ, ਗੁਰੂ ਦੀ ਬਖਸ਼ਿਸ਼ ਜਿੱਥੇ ਮੈਂ ਜਾਵਾਂ, ਜਿੱਥੇ ਵੀ ਮੈਂ ਵਿਚਰਾਂ, ਗੁਰੂ ਮੇਰੇ ਨਾਲ ਹੈ। ਸਦਾ ਅੰਗ ਸੰਗੇ ਅਭੰਗ ਗੰਗ ਵਿਭੂਤੇ। ਇਹਦੀ ਬਰਕਤ ਜਦੋਂ ਸਿੱਖ ਨੂੰ ਮਿਲੀ ਤੇ ਸਾਹਿਬ ਕਹਿੰਦੇ ਨੇ ਇਹਦੇ ਵਿੱਚੋਂ ਰੱਬ ਨੇ ਇੱਕ ਨਿਆਮਤ ਦਿੱਤੀ ਕਿ ਗਾਵਤ ਸੁਣਤ ਸਭੇ ਹੀ ਮੁਕਤੇ। ਹੁਣ ਜਿਹੜਾ ਮੁਕਤੇ ਸ਼ਬਦ ਹੈ ਇਹਦੇ ਦੋ ਤਿੰਨ ਵਿਦਵਾਨ ਸੱਜਣ ਅਰਥ ਕਰਦੇ ਨੇ। ਇੱਕ ਸਭ ਤੋਂ ਵੱਡੀ ਜਿਹੜੀ ਸੰਸਾਰ ਵਿੱਚ ਪ੍ਰਾਪਤੀ ਹੈ ਮੋਕਸ਼ ਦੀ, ਆਵਾਗਮਨ ਤੋਂ ਰਹਿਤ ਹੋਣ ਦੀ, ਉਹ ਵੀ ਗੁਰੂ ਨਿਆਮਤ ਬਖਸ਼ਦਾ ਹੈ। ਗੁਰੂ ਕਿਤੇ ਕਿਰਪਾ ਦੇ ਘਰ ਵਿੱਚ ਆ ਜਾਏ। ਇਸੇ ਤਰ੍ਹਾਂ ਇੱਕ ਹੈ ਵਿਕਾਰਾਂ ਤੋਂ ਖਲਾਸੀ, ਵਾਸ਼ਨਾਵਾਂ ਤੋਂ ਮੁਕਤ ਹੋ ਜਾਣਾ, ਮੰਦੀ ਸੋਚ ਤੋਂ ਮੁਕਤ ਹੋ ਜਾਣਾ। ਆਪਣੇ ਜੀਵਨ ਦੇ ਅੰਦਰ ਜਿਹੜੇ ਮਾੜੇ ਖੋਟ ਬਣਦੇ ਨੇ, ਜਿਹੜੇ ਮਨੁੱਖ ਦੀ ਆਇਡੀਓਲੋਜੀ ਬਹੁਤ ਵਿਗੜ ਚੁੱਕੀ ਹੈ, ਉਹ ਵੀ ਜਦੋਂ ਗੁਰੂ ਦੇ ਦਰ ਤੇ ਇਹ ਆ ਕੇ ਝੁਕ ਗਿਆ, ਫਿਰ ਗੁਰੂ ਇਹਨੂੰ ਗੁਰਮਤਿ ਦੀ ਦਾਤ ਬਖਸ਼ਦਾ ਹੈ। ਗੁਰੂ ਇਹਨੂੰ ਚੰਗੇ ਗਿਆਨ ਧਿਆਨ ਦੀ ਦਾਤ ਬਖਸ਼ਦਾ ਹੈ। ਉਹਦੇ ਨਾਲ ਸੱਚ ਜਾਣਿਆ ਜੇ ਇਹ ਜਿੱਥੇ ਵੀ ਜਾਂਦਾ ਹੈ ਇਹਦੀ ਵਡਿਆਈ ਗੁਰੂ ਫਿਰ ਆਪ ਕਰਾਉਂਦਾ ਹੈ। ਇਸੇ ਤਰ੍ਹਾਂ ਸਾਹਿਬ ਕਹਿੰਦੇ ਨੇ ਉਹ ਭਾਈ ਸਾਰੇ ਮੁਕਤ ਹੋ ਗਏ, ਉਹਨਾਂ ਦੇ ਅੰਦਰੋਂ ਵਾਸ਼ਨਾਵਾਂ ਤੋਂ ਖਹਿੜਾ ਛੁੱਟ ਗਿਆ, ਉਹਨਾਂ ਦੇ ਅੰਦਰ ਰੱਬੀ ਯਾਦ ਜੋ ਆ ਕੇ ਜੁੜ ਗਈ।
ਅੱਗੇ ਸਾਹਿਬ ਕਿਰਪਾ ਕਰਦੇ ਨੇ, ਜਨਮ ਜਨਮ ਕੇ ਦਿਲ ਵਿਖ ਜਾਵਹਿ, ਮਨ ਚਿੰਤੇ ਸੇਈ ਫਲ ਪਾਵਹਿ। ਹੁਣ ਇਹ ਬੜੀ ਵੱਡੀ ਬਾਤ ਹੈ। ਅੱਜ ਸਿੱਖ ਦੇ ਜੀਵਨ ਦਾ ਇੱਕ ਬੜਾ ਵੱਡਾ ਸਵਾਲ ਹੈ। ਕਿਹੜਾ ਸਵਾਲ? ਕਿ ਗੁਰੂ ਕੋਲ ਆ ਕੇ ਵੀ ਕਈ ਵਾਰੀ ਅੰਦਰ ਦੀ ਭਟਕਣਾ ਨਹੀਂ ਮੁੱਕਦੀ। ਗੁਰੂ ਦੇ ਦਰ ਤੇ ਬੈਠਿਆਂ ਵੀ ਕਈ ਵਾਰੀ ਸੰਸਾਰਿਕ ਵਿਚਾਰਾਂ ਖਹਿੜਾ ਨਹੀਂ ਛੱਡਦੀਆਂ। ਗੁਰੂ ਕੋਲ ਬਹਿ ਕੇ ਵੀ ਕਈ ਵਾਰੀ ਅੰਦਰ ਇੰਨੀ ਕੁ ਭਟਕਣਾ ਬਣਦੀ ਹੈ, ਅੰਦਰ ਨੂੰ ਗੁਰੂ ਕੋਲ ਬਹਿ ਕੇ ਵੀ ਕਦੇ ਟਿਕਾ ਨਹੀਂ ਮਿਲਦਾ। ਇਹਦਾ ਰੀਜ਼ਨ ਕੀ ਹੈ? ਇਹਦਾ ਕਾਰਨ ਕੀ ਹੈ? ਉਹ ਮੇਰੇ ਪੰਚਮ ਗੁਰਦੇਵ ਅੱਜ ਕਿਰਪਾ ਕਰਦੇ ਨੇ ਭਾਈ। ਉਹ ਰੀਜ਼ਨ ਹੈ ਜਿਹੜੇ ਤੇਰੇ ਕੀਤੇ ਹੋਏ ਜਨਮਾਂ ਜਨਮਾਂਤਰਾਂ ਦੇ ਇੱਕ ਕਿਲਮਤ ਨੇ। ਇੱਕ ਹੈ ਪਾਪ, ਗੁਨਾਹ, ਅਪਰਾਧ। ਇਸ ਤੋਂ ਅੱਗੇ ਜਾ ਕੇ ਸਾਧ ਸੰਗਤ ਬਹੁਤ ਮਲੀਨਤਾ ਵੱਧ ਜਾਏ, ਉਹਨੂੰ ਗੁਰਬਾਣੀ ਨੇ ਸ਼ਬਦ ਦਿੱਤਾ ਕਿਲਮਤ। ਤੇ ਸੱਚ ਜਾਣਿਆ ਕਿ ਇਹ ਇੱਕ ਜਨਮ ਦੀ ਨਹੀਂ, जन्म जन्म की इस मन को मल लागी, काला कुआं स्याहो खनली धोती उजली ना होवई, जे सौ धोवण पाप। साहब जी ने कहा कि ये तो वो खेद है कि जिस करके ये फिर जमदा है, फिर अगे खौमे करके विकारा करके फिर अगे होर जून विच है, जम जम मरै मरै फिर जमै, बहुत सजाए पया देश लम्हे। साहब कहते ने कि तेरे किलकित कीते कोई अपराध गुनाह करके है। किन्ने जन्मां दे किलकित ने, किन्ने जन्मां दे गुनाह अपराध ने, जिन्हों भाई गुरदास साहब जी ने कहा, हूं अपराधी गुनहगार हूं बेमुख मंदा, चोर यार जोहार हूं पार कर जो खंदा। ये बचन साध संगत ख्याल करे कि भाई गुरदास साहब का जीवन नहीं, या कबीर साहब जी ਆਪਾਂ बचन पढ़ते हैं कि कवन काज सिरजे जग भीतर जन्म कवन फल पाया, भवन तरन तारण चिंता मन एक निमुख न गिरो मन लाया, गोबिंद हम ऐसे अपराधी। हुणे मनुख दे अंदर दी बात है, इस जीव दी भटकना दी गल है, ये अपराध ने, एक किलबित ने। ते साहब कहते ने भाई आ, अज मैं तेनू एक पैगाम दिता है, रब दे घर विच आके रब दे गीत गा। धन गुरु तेग बहादुर साहब जी दे बचन आप पढ़दे हो कि उस मालिक जी दे गुण गाओ, मालिक जी दे गीत गाओ, ਇਹਦੇ ਨਾਲ ਕੀ ਹੋਵੇਗਾ? ਸਾਹਿਬ ਕਹਿੰਦੇ ਨੇ ਜਨਮ ਜਨਮ ਕੇ ਦਿਲ ਵਿਖ ਜਾਵੇ। ਇਹ ਸੱਚ ਜਾਣਿਆ ਨੇ ਸਾਧ ਸੰਗਤ, ਕਦੀ ਆਪ ਪ੍ਰੈਕਟੀਕਲ ਕਰੋ। ਇਹਨੂੰ ਕੇਵਲ ਇਹ ਨਹੀਂ ਵਿਦਵਤਾ ਭਰੇ ਸ਼ਬਦਾਂ ਵਿੱਚ ਕਹਿ ਦਿੱਤਾ ਤੇ ਆਪਾਂ ਮੰਨ ਲਿਆ, ਨਹੀਂ। ਜੀਵਨ ਵਿੱਚ ਅਮਲ ਲੈ ਕੇ ਆਓ ਇਹਨਾਂ ਬਚਨਾਂ ਦਾ। ਕਿਤੇ ਬਾਣੀ ਭਾਈ ਵੀਰ ਸਿੰਘ ਦੇ ਬਚਨ ਕਈ ਵਾਰੀ ਜੇਲ੍ਹ ਵਿੱਚ ਆਉਂਦੇ ਨੇ। ਉਹ ਕਹਿੰਦੇ ਨੇ ਕਈ ਵਾਰੀ ਮਨੁੱਖੀ ਹਾਲਾਤ ਨੇ ਨਾ, ਅੰਦਰ ਦੀ ਬਾਤ ਦੇ ਨਾ, ਇੱਕ ਜਪਜੀ ਸਾਹਿਬ ਦਾ ਪਾਠ ਕਰਨਾ ਇਹਦੇ ਲਈ ਔਖਾ ਹੋ ਜਾਂਦਾ ਹੈ। ਕਈ ਵਾਰੀ ਗੁਰੂ ਨਾਨਕ ਤਰਸ ਕਰੇ, ਮਾਲਕ ਮਿਹਰ ਰਹਿਮਤ ਕਰੇ। ਤੇ ਉਹਨਾਂ ਦਾ ਇੱਕ ਬੜਾ ਪਿਆਰਾ ਬਚਨ ਹੈ ਉਸ ਸੰਤ ਜਨ ਕਵੀ ਦਾ। ਕਹਿਣ ਲੱਗੇ ਇਹ ਤਾਂ ਦੁਨੀਆ ਵਿੱਚ ਹਰ ਕੋਈ ਕਹਿੰਦਾ ਹੈ ਕਿ ਮੇਰਾ ਗੁਰੂ ਨਾਲ ਪਿਆਰ ਹੈ, ਗੁਰੂ ਮੇਰਾ ਇਸ਼ਕ ਹੈ, ਗੁਰੂ ਮੇਰਾ ਰੱਬ ਹੈ, ਗੁਰੂ ਮੇਰੇ ਤੋਂ ਸੁਪਰੀਮ ਪਾਵਰ ਹੈ। ਕਦੀ ਇਹ ਵਿਚਾਰ ਆਈ ਕਿ ਗੁਰੂ ਵੀ ਤੈਨੂੰ ਚਾਹੁੰਦਾ ਹੈ ਕਿ ਨਹੀਂ ਚਾਹੁੰਦਾ? ਦੇਖੋ ਪ੍ਰੀਤ ਦੀ ਬਾਤ ਜਦੋਂ ਵੀ ਕਰੋਗੇ, ਭਾਵੇਂ ਉਹ ਦੁਨਿਆਵੀ ਪਿਆਰ ਹੈ ਤੇ ਭਾਵੇਂ ਰੱਬ ਦੇ ਘਰ ਦੀ ਸੱਚੀ ਆਸ਼ਕੀ ਹੈ, ਇਹਨਾਂ ਦੋਨਾਂ ਥਾਵਾਂ ਤੇ ਸਾਧ ਸੰਗਤ ਜਦੋਂ ਦੋਨਾਂ ਵੱਲੋਂ ਇੱਕ ਦੂਸਰੇ ਵੱਲ ਖਿੱਚ ਨਹੀਂ ਤੇ ਆਪ ਮੰਨ ਲਿਆ ਕਿ ਉੱਥੇ ਅਧੂਰਾਪਨ ਹੋਏਗਾ, ਉੱਥੇ ਘਾਟ ਹੈ। ਤੇ ਭਾਈ ਵੀਰ ਸਿੰਘ ਹੋਰਾਂ ਦੇ ਬਚਨ ਕਹਿਣ ਲੱਗੇ, ਸਮਝ ਲਈ ਗੁਰੂ ਕਿਹਾ ਸਿੱਖਾਂ ਤੂੰ ਮਾਣ ਕਰਨਾ ਮੇਰਾ ਗੁਰੂ ਨਾਲ ਪਿਆਰ ਹੈ। ਕਦੀ ਇਹ ਵਿਚਾਰ ਤੇਰੇ ਜੀਵਨ ਵਿੱਚ ਆਈ ਹੋਏ ਕਿ ਗੁਰੂ ਵੀ ਤੈਨੂੰ ਚਾਹੁੰਦਾ ਹੈ ਕਿ ਨਹੀਂ ਚਾਹੁੰਦਾ, ਗੁਰੂ ਵੀ ਪਿਆਰ ਕਰਦਾ ਹੈ ਕਿ ਨਹੀਂ ਕਰਦਾ? ਵੈਸੇ ਸੱਚ ਹੈ ਗੁਰੂ ਨਫ਼ਰਤ ਨਹੀਂ ਜੇ ਕਰਦਾ, ਉਹ ਨਿਰਵੈਰ ਹੈ। ਪਰ ਇਹ ਵੀ ਸੱਚ ਹੈ ਜੋ ਗੁਰਬਾਣੀ ਨੇ ਫੈਸਲਾ ਕੀਤਾ, ਸਭਨਾ ਉੱਪਰ ਨਦਰ ਪ੍ਰਭ ਤੇਰੀ, ਕਿਸੈ ਥੋਰੀ ਕਿਸੈ ਖੈਮ ਕਨੇਰੀ। ਹੁਣ ਕਨੇਰੀ ਦੇ ਕਿਹੜੇ ਪਾਤਰ ਬਣੇ?
कनेरी दे ओ पात्र बने। इस विचार को भाई वीर सिंह होरां ने खोल के दसिया। कनेरी कृपा दृष्टि दे पात्र ओ बने। गुरु क्या सिखा ए अंदर एनालिसिस करी, अंदर ए अध्ययन करी, चिंतन करी। जिदन कदे गुरु दे प्यार विच एक पाठ जपजी साहिब दा हो गया, किते नितनेम दा जाप हो गया, सुखमनी साहिब दा जाप हो गया, करदिया करदिया अंदरों किते विचार फुरना सामने आ गया। ऐ बना क्यों ना अज मालिक दी बख्शिश मिलदी पई है, एक पाठ किते रसना तो होर कर लै। सिखा जान नहीं ओ गुरु दी नगर दी बख्शिश दा तू पात्र बन चुका है। गुरु ने तेनू चाहण लग पिया कि तेरे जीवन विच मालिक दे प्यार करन दी निशानी होएगी। अज संगत विच बैठिया बैठिया किते अद्धे घंटे दा समां लाउणा सी, पर अज बैठिया बैठिया एवें खिच बनी कि अज अद्धा घंटा पता नहीं कितने घंटियां विच तब्दील हो गया, चौंकड़ा ही ऐसा बज गया। ये केवल साध संगत ये दुनियावी गल्लां या मैं एवें कहां मौखिक बातां नहीं। एक दे इतिहास दे झरोखे विच पढ़ो, कदी काबल दी धरती ते बैठा भाई गोंदा ओ अज गुरु खालसा साहब गुरु नानक दे चरनां दी प्रीत विच जुड़िया बैठा है। ते कमां कवि संतोख सिंह होरां दे वचन कदी पढ़िया जे। पढ़दिया जपजी साहिब दा पाठ करदिया सुरत उस निरंकार दे चरनां विच जा जुड़ी। साची प्रीत हम तुम स्यों जोरी, तुम स्यों जोर अवध संग तोरी। रे मन ऐसी हर्ष्यों प्रीत कर जैसी मछली नीर, ऐसी प्रतीत ऐसी प्रीत बनी। कहने लगे इधर धन गुरु खालसा साहब कीर्तपुर बैठे ने, उधर भाई गुंदा कितनी दूरी ते बैठा है। ते इतिहासक वचन इस गल की गवाही भरदे ने। घंटियां बत्ती समा बतीत हो गया, गुरु खालसा साहब अज अपने चौंकड़े तो नहीं उठे। सिखा सवाल किया, ऐ दाता ऐ गुरु खालसा साहब पातशाह, आप हरेक समय जेड़ी टाइम की जो पाबंदी है ओदे विच महारत रखदे हो। लंगर छकण दे समय दे अंदर या जेड़ा भी अपना रूटीन विच तुहाडे कर्म ने, आप हमेशा समय दे पाबंद रह के निभाते हो। पातशाह अज तां संगत ने भी लंगर छकना है, बड़ी देरी हो गई। ते मेरे साहब ने जवाब दिता सी, ऐस गुरु के सिखो अज साडा मन इन्ना को प्रसन्न होया, इन्ने को अज असी उस बड़ी दूर बैठे हुए गुरु नानक दे प्यार विच भिजे हुए सुभोरे जन नूं भाई गोंदे ने चरण घुट के फड़ ले। असी उठदे किवें, असी उहदी प्रीत दियां फाइयां विच बन्ने जा चुके सां। सच जानिया जे सब को तेरा बस आगम अगोचरा, ये वचन खैर भी गुरवाक है। पर भगत रविदास साहब ने कहा एक थां ऐसी है जिथे रब गुरु भी मजबूर हो जाता है। रब गुरु भी जिथे अपने आप में कुछ भी चाहे ते कर नहीं सकता, वो केड़ी अवस्था है, केड़ा आनंद है। उथे भगत जी ने वचन कहे, वो है रब दे जग्यासु जन दियां जिहड़ियां प्रेम दियां फाइयां ने, प्रेम दे ऐसियां प्रीतां दियां मंजिलां ने जिथे रब दा जग्यासु जन पहुंच जाए। जो खम बांधे मोह पास हम प्रेम बंधन तुम बांधे, अपने छूटन को जतन करहो खम छूटे तुम आराधे। जिथे गुरु भी सच जानिया के मजबूर हो जाता है। आ प्रेम दियां प्रीत दियां फाइयां गुरु नाल पाओ। एक किते गुरु नाल खिच बने, तांग बने, गुरु नाल ऐसा भरोसा बने। साध संगत इसी तरह मेरे साहब जो कृपा करते ने भाई, एक बख्शिश है मालिक दे चरनां नाल जुड़ के तेरे मन चित्ते सेई फल पावै। फिर जो मंगै सो पावै, जो कुछ भी अंदर फुर नहीं बनता है गुरु उस तो पहला पूरा कर देता है, क्योंकि गुरु नाल सीधा लिंक जुड़ गया। अगे साहब कहते ने सिमर साहिब सो सच स्वामी, रिजक सबस को दिए जियो। साहब कहते ने जिहड़ा रिजक दाता है
ਕਿ ਅਰੋਜੀ ਰਹਿੰਦ ਹੈ ਜਿਹੜਾ ਮਾਲਕ ਰਿਜਕ ਦਾਤਾ ਹੈ, ਕਿ ਰਾਜਕ ਰਹਿੰਦ ਹੈ ਜਿਹੜਾ ਰਾਜਕ ਹੈ, ਜਿਹੜਾ ਸਾਰਿਆਂ ਦੀ ਪ੍ਰਤਪਾਲਨਾ ਪਿਆ ਕਰਦਾ ਹੈ। ਕਮਾਲੇ ਕਰਾਮਾਤ ਕਾਇਮ ਕਰੀਮ ਰਜਾ ਬਖਸ਼ ਰੋਜੀ ਦੇ ਹੋ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਫਰਨਾਮੇ ਦੇ ਬੋਲ, ਜਿਹੜਾ ਸਾਰਿਆਂ ਨੂੰ ਰਿਜਕ ਦਿੰਦਾ ਹੈ। ਪਾਖਣ ਕੀਟ ਗੁਪਤ ਕੋਈ ਰਹਿਤਾ ਭਗਤ ਨਾ ਜੀ, ਜਿਹੜਾ ਕੀੜ ਪੱਥਰ ਦੇ ਵਿੱਚ ਬੈਠੇ ਕੋਈ ਕੀੜੀਆਂ ਤੱਕ ਵੀ ਪਹੁੰਚ ਕਰਦਾ ਹੈ। ਸਾਹਿਬ ਕਹਿੰਦੇ ਨੇ ਉਹਦੇ ਨਾਲ ਪ੍ਰੀਤ ਪਾ, ਉਹਨੂੰ ਸਿਮਰਨਾ ਕਰ, ਉਹਦੀ ਯਾਦ ਵਿੱਚ ਤੇਰੀ ਸੁਰਤ ਜੁੜੀ ਰਵੇ। ਇਹ ਗੁਰੂ ਤੋਂ ਮੰਗ ਕਰਿਆ ਕਰ। ਅੱਗੇ ਸਾਹਿਬ ਕਿਰਪਾ ਕਰਦੇ ਨੇ ਭਾਈ, ਨਾਮ ਜਪਤ ਸਰਬ ਸੁਖ ਪਾਈਐ, ਸਭ ਭਉ ਬਿਨਸੈ ਹਰ ਹਰ ਧਿਆਈਐ। ਨਾਮ ਜਪਤ, ਹੁਣ ਇੱਥੇ ਜਪਣ ਦੀ ਗੱਲ ਹੈ। ਇਹ ਹੈ ਕਰਮ ਸਾਨੂੰ ਬੜਾ ਔਖਾ ਲੱਗਦਾ। ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ, ਅੰਮ੍ਰਿਤ ਵੇਲੇ ਉੱਠ ਕੇ ਚੌਂਕੜਾ ਮਾਰ ਕੇ ਗੁਰੂ ਗੁਰੂ ਜਪਣਾ ਹੈ ਕਰਮ ਬਹੁਤ ਔਖਾ। ਆਖਣ ਔਖਾ ਸੱਚ ਆਂਦਾ। ਖਾਸ ਕਰਕੇ ਸ਼ਹਿਰਾਂ ਦੇ ਅੰਦਰ ਇਸ ਦੀ ਬਹੁਤ ਘਾਟ ਸਿੱਖਾਂ ਦੇ ਘਰਾਂ ਵਿੱਚ ਅੱਜ ਪੈਂਦੀ ਜਾ ਰਹੀ ਹੈ। ਪਰ ਨਹੀਂ ਭਾਈ, ਜੇਕਰ ਸਿੱਧਾ ਮਾਲਕ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੋਂ ਨਿਆਮਤਾਂ ਦਾਤਾਂ ਪ੍ਰਾਪਤ ਕਰਨਾ ਚਾਹੁੰਦੇ ਹੋ ਤੇ ਸਾਹਿਬ ਜੀ ਨੇ ਕਿਹਾ ਭਾਈ ਮੇਰੇ ਇਹ ਜਿਹੜੀ ਦਾਤ ਹੈ ਇਹਨੂੰ ਕਦੀ ਨਾ ਵਿਸਾਰੋ ਜੀਵਨ ਦੇ ਵਿੱਚ। ਹਾਂ, ਇਹ ਗੁਰੂ ਦੀ ਨਿਆਮਤ ਹੈ। ਗੁਰੂ ਕੋਲ ਮੰਗਿਆ ਕਰੋ, ਸਤਿਗੁਰੂ ਸਾਨੂੰ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ੋ, ਉਦਮ ਬਖਸ਼ੋ। ਆਪ ਜੀ ਦੇ ਚਰਨਾਂ ਵਿੱਚ ਬਹਿ ਕੇ ਮੈਂ ਬਾਣੀ ਪੜ੍ਹ ਸਕਾਂ, ਇਹ ਗੁਰੂ ਤੋਂ ਮੰਗਣੀ ਚਾਹੀਦੀ। ਸਾਹਿਬ ਕਹਿੰਦੇ ਨੇ ਭਾਈ, ਜਦੋਂ ਵੀ ਗੁਰੂ ਦਾ ਪਿਆਰਾ ਇਹ ਦਾਤ ਮੰਗਦਾ ਹੈ, ਪਿਛਲ ਰਾਤੀ ਸਦੜਾ ਨਾਮ ਖਸਮ ਕਾਲੇ, ਖੇਮੇ ਛਤਰ ਸਰਾਏ ਤੇ ਦਿਸਨ ਰਤ ਪੀੜੇ, ਜਿਨੀ ਤੇਰਾ ਨਾਮ ਧਿਆਇਆ ਤਿੰਨ ਕਉ ਸੱਤ ਆਏ ਮਿਲੇ। ਸਾਹਿਬ ਕਹਿੰਦੇ ਨੇ ਫਿਰ ਉਹਨਾਂ ਨੂੰ ਸੱਦੇ ਦੇ ਦੇ ਕੇ ਦੁਨਿਆਵੀ ਬਰਕਤਾਂ ਪਦਾਰਥ ਗੁਰੂ ਆਪ ਦਿੰਦਾ ਹੈ, ਪਰ ਕਿੰਨਾਂ ਦੀ ਝੋਲੀ ਵਿੱਚ ਦਿੰਦਾ ਪਾਉਂਦਾ ਹੈ, ਜਿਹੜੇ ਪਿਛਲ ਰਾਤੀ ਸਦੜਾ ਨਾਮ ਖਸਮ ਕਾਲੇ। ਸਾਹਿਬ ਇਸੇ ਤਰ੍ਹਾਂ ਕਿਰਪਾ ਕਰਦੇ ਪਏ ਨੇ ਭਾਈ, ਜਿਹੜੇ ਨਾਮ ਜਪਤ ਸਰਬ ਸੁਖ ਪਾਈਐ, ਫਿਰ ਉਹਨਾਂ ਦੇ ਜੀਵਨ ਦਾ ਕੋਈ ਵੀ ਖੌਫ ਹੈ ਉਹ ਮਸਕੀਨ ਸਾਹਿਬ ਜਿਵੇਂ ਕਹਿੰਦੇ ਸਨ, ਆਰਥਿਕ ਡਰ ਹੈ, ਸਮਾਜਿਕ ਡਰ ਹੈ, ਰਾਜਨੀਤਿਕ ਡਰ ਹੈ, ਕਈ ਵਾਰੀ ਧਾਰਮਿਕ ਡਰ ਵੀ ਸਤਾਉਣ ਲੱਗ ਪੈਂਦਾ ਹੈ ਕਿ ਮੈਂ ਇੰਨਾ ਜਪ ਤਪ ਕਰਾਂ ਕਿਤੇ ਹਉਮੈ ਦਾ ਸ਼ਿਕਾਰ ਨਾ ਹੋ ਜਾਵਾਂ। ਸਾਹਿਬ ਕਹਿੰਦੇ ਨੇ ਇਹ ਸਾਰੇ ਖੌਫ ਡਰ ਮੁੱਕ ਜਾਂਦੇ ਨੇ। ਸਭ ਭਉ ਬਿਨਸੈ ਨਿਰਭਉ ਜਪੈ, ਸਗਲ ਭਉ ਮਿਟੈ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਗਵਾਚ ਜਾਂਦਾ ਹੈ। ਗੁਰੂ ਦੀ ਜ਼ਿੰਮੇਵਾਰੀ ਹੈ, ਗੁਰੂ ਦੀ ਇਹ ਗਰੰਟੀ ਹੈ। ਗੁਰੂ ਫਿਰ ਡਰ ਭਉ ਰਹਿਣ ਨਹੀਂ ਦਿੰਦਾ। ਫਿਰ ਸਾਧ ਸੰਗਤ ਭਾਵੇਂ ਆਰੇ ਦੇ ਦੰਦੇ ਨੇ ਤੇ ਸਾਧ ਸੰਗਤ ਫਿਰ ਭਾਵੇਂ ਜਮੂਰਾਂ ਨਾਲ ਕੋਈ ਮਾਸ ਖਿੱਚਦਾ ਪਿਆ ਏ, ਫਿਰ ਭਾਵੇਂ ਜਿੰਨਾ ਵੱਡਾ ਕੋਈ ਤਸੀਹਾ ਦਿੰਦਾ ਪਿਆ ਏ, ਉੱਥੇ ਸਾਧ ਸੰਗਤ ਇਹ ਡਰ ਭਉ ਮੁੱਕ ਜਾਂਦਾ ਹੈ। ਇਹ ਸਾਡੇ ਕੋਲ ਪ੍ਰਮਾਣ ਨੇ। ਤੁਹਾਡਾ ਸ਼ੀਸ਼ਗੰਜ ਸਾਹਿਬ ਸਾਹਮਣੇ ਚਾਂਦਨੀ ਚੋਂ ਗਵਾਹੀ ਭਰਦਾ ਹੈ। ਇਸ ਕਰਕੇ ਸਾਹਿਬ ਕਹਿੰਦੇ ਨੇ ਭਾਈ, ਜਿਨ ਸੇਵਿਆ ਸੋ ਪਾਰ ਦਰਾਮੀ, ਕਾਰਜ ਸਗਲੇ ਕੀਏ ਜੀਓ। ਪਾਰ ਦਰਾਮੀ ਸਾਗਰ ਦਾ ਇੱਕ ਕੰਢਾ ਬੇੜੀ ਮਿਲ ਜਾਏ ਤੇ ਦੂਸਰੇ ਕੰਢੇ ਤੇ ਲੱਗ ਜਾਂਦਾ ਹੈ। ਇਸੇ ਤਰ੍ਹਾਂ ਜੀਵਨ ਦਾ ਵੀ ਇਹ ਜਿਹੜਾ ਭਾਵ ਸਾਗਰ ਹੈ, ਭਾਵੇਂ ਵਿਕਾਰਾਂ ਦਾ ਸਾਗਰ ਹੈ, ਭਾਵੇਂ ਵਾਸ਼ਨਾਵਾਂ ਦਾ ਹੈ, ਤੇ ਭਾਵੇਂ ਇਹ ਸੰਸਾਰ ਦਾ ਆਵਾ ਗਾਉਣ ਦਾ ਸਾਗਰ ਹੈ। ਜਿੱਥੇ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਆਪ ਝੁਕਾ ਕੇ ਵੇਖੋ, ਫਿਰ ਸਾਧ ਸੰਗਤ ਉਹ ਮਾਲਕ ਦੀ ਕਿਰਪਾ ਬਖਸ਼ਿਸ਼ ਐਸੀ ਹੈ। ਸੰਸਾਰ ਸੁਣਦੇ ਤਾਰ ਗੋਬਿੰਦੇ, ਤਾਰ ਲਹਿ ਬਾਪ ਬੀਠਲਾ, ਫਿਰ ਉਹ ਧੁੱਪੜ ਨਹੀਂ ਦੇ ਦਿੰਦਾ, ਫਿਰ ਉਹ ਬੋਤੇ ਨਹੀਂ ਜੇ ਖਾਣ ਦਿੰਦਾ। ਫਿਰ ਸਾਧ ਸੰਗਤ ਉਹਦੀ ਆਪਣੀ ਬਖਸ਼ਿਸ਼ ਦੇ ਨਾਲ ਜਿਸ ਵਕਤ ਸਾਧ ਸੰਗਤ ਜਿਵੇਂ ਕਿਸੇ ਵਕਤ
ਉਹ ਗੁਰੂ ਦਾ ਪਿਆਰਾ ਭਾਈ ਲਾਧੋ ਨੇ, ਜਿਨੇ ਸਿੱਖ ਇਤਿਹਾਸ ਵਿੱਚ ਇਹ ਪੈੜਾ ਬੰਨ ਦਿੱਤੀਆਂ। ਮੱਖਣ ਸ਼ਾਹ ਲਬਾਣਾ ਵਰਗਾ ਜੇਕਰ ਯਾਦ ਕਰਦਾ ਹੈ ਤਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਮੋਢਾ ਲਾਉਂਦਾ ਹੈ। ਸਤਿਗੁਰ ਫਿਰ ਆਪ ਗੁਰਤਾਰ ਤਾਰਨ ਹਾਰਿਆ, ਦੇ ਭਗਤ ਪੂਰਨ ਅਬਨਾਸੀ, ਹਉ ਤੁਝ ਕੋ ਬਲਿਹਾਰਿਆ। ਫਿਰ ਉਹ ਤਾਰ ਦਿੰਦਾ ਹੈ। ਅੱਗੇ ਸਾਧ ਸੰਗਤ ਅਖੀਰਲੇ ਬੰਦ ਵਿੱਚ ਸਾਹਿਬ ਫਿਰ ਇੱਕ ਜੁਗਤ ਸਮਝਾਉਂਦੇ ਨੇ। ਹੁਣ ਜੋ ਕੁਝ ਵੀ ਆਪ ਜੀ ਨੇ ਸਰਵਣ ਕੀਤਾ ਹੈ, ਜਿਹੜੀਆਂ ਨਿਆਮਤਾਂ ਲਈ ਆਪ ਜਗਿਆਸੂ ਜਨ ਅੱਜ ਜ਼ਿਕਰ ਚਿੰਤ ਬਣੇ ਕਿ ਮਾਲਕ ਤੋਂ ਮੰਗ ਕੇ ਜਾਈਏ, ਇਹਦੀ ਜੁਗਤ ਸਾਹਿਬ ਅੱਜ ਦੱਸਦੇ ਨੇ। ਕਿਹੜੀ ਜੁਗਤ? ਸਾਹਿਬ ਕਿਰਪਾ ਕਰਦੇ ਨੇ ਕਿ ਐ ਮੇਰੇ ਮਾਲਕ ਜੀ, ਆਏ ਪਿਆ ਤੇਰੀ ਸ਼ਰਨਾਈ। ਮਾਲਕ ਜੀ, ਮੈਂ ਸਭ ਪਾਸਿਓਂ, ਮੈਂ ਸਾਰੇ ਜਿੰਨੇ ਵੀ ਸੰਸਾਰ ਦਾ, ਭਾਵੇਂ ਪਦਾਰਥਾਂ ਦਾ ਮਾਣ, ਭਾਵੇਂ ਮੈਨੂੰ ਆਪਣੇ ਧਨ ਦੌਲਤ ਦਾ ਮਾਣ ਹੈ, ਸਾਰਿਆਂ ਤੋਂ ਮੈਂ ਆਪਣੇ ਆਪ ਦਾ ਜਿਹੜਾ ਹੰਕਾਰ ਛੱਡ ਕੇ ਹੁਣ ਮੈਂ ਤੇਰੀ ਓਟ, ਤੇਰਾ ਪਰਨਾ ਆਸਰਾ ਤੱਕ ਕੇ ਐ ਮਾਲਕ ਜੀ ਤੇਰੀ ਸ਼ਰਨ ਵਿੱਚ ਆਇਆ ਹਾਂ। ਤੇ ਮਾਲਕ ਜੀ ਆਪ ਜੀ ਕਿਰਪਾ ਕਰੋ, ਜਿਉ ਭਾਵੈ ਤਿਉ ਲਹਿ ਮਿਲਾਏ। ਹੁਣ ਜਿਵੇਂ ਤੈਨੂੰ ਪਾਉਂਦਾ ਹੈ, ਜਿਉ ਭਾਵੈ, ਜਿਵੇਂ ਤੈਨੂੰ ਚੰਗਾ ਲੱਗਦਾ ਹੈ, ਜਿਉ ਜਾਨੋ ਤਿਉ ਰਾਤ ਹਰ ਪ੍ਰਭ ਤੇਰਿਆ। ਐ ਮਾਲਕ ਜੀ ਜਿਵੇਂ ਤੈਨੂੰ ਪਾਉਂਦਾ ਹੈ, ਮੈਨੂੰ ਰੱਖ ਲੈ ਵਿਕਾਰਾਂ ਤੋਂ, ਰੱਖ ਲੈ ਮਾੜੀ ਸੋਚ ਤੋਂ, ਮੇਰੀ ਸਮਾਜਿਕ ਇੱਜ਼ਤ ਬਣੀ ਰਵੇ, ਰੱਖ ਲੈ, ਮੇਰੀ ਰੱਖਿਆ ਕਰੋ। ਤੇ ਸਾਹਿਬ ਕਹਿੰਦੇ ਨੇ ਫਿਰ ਭਾਈ, ਫਿਰ ਅੱਗੇ ਸਾਹਿਬ ਕਿਰਪਾ ਕਰਦੇ ਨੇ, ਕਰ ਕਿਰਪਾ ਪ੍ਰਭ ਭਗਤੀ ਲਾਭੋ, ਸਚ ਨਾਨਕ ਅੰਮ੍ਰਿਤ ਪੀਏ ਜੀਓ। ਸੰਪੂਰਨਤਾ ਕਰਦੇ ਨੇ ਤਾਂ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰ ਪਾਤਸ਼ਾਹ ਬਖਸ਼ਿਸ਼ ਭਰੇ ਬੋਲ ਕਹਿੰਦੇ ਨੇ ਭਾਈ, ਫਿਰ ਉਹ ਆਪ ਨੇ ਰਹਿਮਤ ਕਰਕੇ ਕਰ ਕਿਰਪਾ ਪ੍ਰਭ ਭਗਤੀ ਲਾਓ। ਆਓ ਜੋ ਬਚਨ ਆਪ ਜੀ ਨੇ ਅਰਬਤਾ ਵਿੱਚ ਪੜਿਆ ਸੀ, ਉਹ ਮਾਲਕ ਦੇ ਚਰਨਾਂ ਵਿੱਚ ਜਿਗਿਆਸੂ ਜਨ ਝੁਕ ਕੇ ਜਦੋਂ ਉਹਨੇ ਦਾਤ ਮੰਗੀ ਮਾਲਕ ਤੋਂ ਨਾਮ ਦੀ, ਦਾਤ ਮੰਗੀ ਮਾਲਕ ਦੀ ਬਖਸ਼ਿਸ਼ ਦੀ, ਦਾਤ ਮੰਗੀ ਮਾਲਕ ਦੀ ਨਜ਼ਰ ਸਵੱਲੀ ਪੈ ਜਾਏ, ਫਿਰ ਸਾਧ ਸੰਗਤ ਸਾਹਿਬ ਕਹਿੰਦੇ ਨੇ ਉਹ ਰੂਹਾਨੀਅਤ ਅੰਮ੍ਰਿਤ, ਉਹ ਅਧਿਆਤਮਕ ਆਨੰਦ, ਉਹ ਅੰਦਰ ਦੀ ਸੰਤੁਸ਼ਟੀ ਦਾ ਅੰਮ੍ਰਿਤ, ਅੰਦਰ ਨੂੰ ਸੰਤੋਖ ਰੂਪੀ ਅੰਮ੍ਰਿਤ, ਅੰਦਰ ਨੂੰ ਧੀਰਜ ਰੂਪੀ ਅੰਮ੍ਰਿਤ, ਅੰਦਰ ਨੂੰ ਕਿਤੇ ਸਾਧ ਸੰਗਤ ਲੋੜ ਪੈ ਜਾਏ, ਚਿੰਤਾ ਛੱਡ ਅਚਿੰਤ ਰਹੋ, ਇਹ ਜਿਹੜਾ ਅੰਮ੍ਰਿਤ ਹੈ ਉਹ ਮਾਲਕ ਆਪ ਬਖਸ਼ਿਸ਼ ਪਾ ਦਿੰਦਾ ਹੈ। ਪਰ ਕਦੋਂ? ਜਦੋਂ ਜਗਿਆਸੂ ਜਨ ਜੁੜ ਕੇ ਕਹਿੰਦਾ ਹੈ, ਕਰਿਆ ਜੇ ਕਿਰਪਾ ਜੀ ਆਪਣਾ ਨਾਮ ਜਪਾਵੋ, ਆਪਣਾ ਨਾਮ ਜਪਾਵੋ, ਆਪਣਾ ਨਾਮ ਜਪਾਵੋ, ਆਪਣਾ ਨਾਮ ਜਪਾਵੋ, ਜਦੋਂ ਜਗਿਆਸੂ ਜਨ ਇਹ ਅਰਦਾਸ ਕਰਦਾ ਹੈ, ਜੋਦੜੀ ਬੇਨਤੀ ਪ੍ਰਾਰਥਨਾ ਪ੍ਰੇਰ ਕਰਦਾ ਹੈ ਮਾਲਕ ਅੱਗੇ ਆ ਕੇ, ਸਤਿਗੁਰੂ ਕਿਰਪਾ ਕਰੋ, ਇਹ ਜਿਹੜਾ ਸ਼ਰੀਰ ਮਿਲਿਆ ਹੈ ਇਹਦੇ ਵਿੱਚ ਆਉਣਾ ਸਫਲ ਹੋ ਜਾਏ, ਇਹ ਆਪ ਜੀ ਦੇ ਚਰਨਾਂ ਵਿੱਚ ਕਬੂਲ ਹੋ ਜਾਏ, ਇਹ ਆਪ ਜੀ ਦੇ ਚਰਨਾਂ ਵਿੱਚ ਸਵੀਕਾਰ ਹੋ ਜਾਏ। ਸੱਚ ਜਾਣਿਆ ਜੇ ਗੁਰੂ ਅਮਰਦਾਸ ਨੇ ਸ਼ਰੀਰ ਪ੍ਰਵਾਨ ਹੋਣ ਦੀ ਬਾਤ ਨਹੀਂ ਕੀਤੀ। ਕਹਿ ਨਾਨਕ ਉਹ ਸ਼ਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ। ਸਤਿਗੁਰ ਕਿਰਪਾ ਕਰੇ, ਇਹ ਬਖਸ਼ਿਸ਼ ਮੇਰੇ ਮਾਲਕ ਜੀ ਕਰਦੇ ਨੇ ਭਾਈ। ਉਹ ਰੂਹਾਨੀਅਤ ਦਾ ਅੰਮ੍ਰਿਤ, ਸ਼ਬਦ ਦਾ ਪਿਆਰ ਉਸ ਜਗਿਆਸੂ ਜਨ ਨੂੰ, ਸੇਵਕ ਜਨ ਨੂੰ ਸਤਿਗੁਰ ਆਪ ਕਿਰਪਾ ਕਰਕੇ ਦਿੰਦਾ ਹੈ, ਜਿਹੜਾ ਮਾਲਕ ਦੇ ਚਰਨਾਂ ਦਾ ਭੋਰਾ ਬਣਦਾ ਹੈ। ਸਤਿਗੁਰ ਪਾਤਸ਼ਾਹ ਨੇ ਰਹਿਮਤ ਕਰ। ਅੱਜ ਦੇ ਇਹਨਾਂ ਅੰਮ੍ਰਿਤਮਈ ਬੋਲਾਂ ਦੀ ਜੋ ਵਿਚਾਰ ਹੈ, ਜੋ ਆਪ ਜੀ ਨੇ ਇਹ ਰੂਹਾਨੀਅਤ, ਜੋ ਸ਼ਬਦ ਦੇ ਰਸ ਦਾ ਅੰਮ੍ਰਿਤ ਆਪ ਜੀ ਨੇ ਗ੍ਰਹਿਣ ਕੀਤਾ ਹੈ, ਇਹ ਜੀਵਨ ਵਿੱਚ ਆਪਾਂ ਅਮਲ ਰੂਪ ਵਿੱਚ ਇਹਨੂੰ ਲਾਗੂ ਕਰ ਸਕੀਏ।
ਸਤਿਗੁਰੂ ਜੀ ਤੋਂ ਆਪਾਂ ਨਾਮ ਦੀ ਖੈਰ ਮੰਗ ਸਕੀਏ, ਸਤਿਗੁਰੂ ਤੋਂ ਆਪਾਂ ਰੱਬੀ ਪਿਆਰ ਦੀ ਦਾਤ ਮੰਗ ਸਕੀਏ। ਸਤਿਗੁਰੂ ਕਿਰਪਾ ਕਰੇ ਆਪ ਸਭਨਾਂ ਦੀਆਂ ਝੋਲੀਆਂ ਦੇ ਅੰਦਰ ਨਾਮ ਦੀ ਦਾਤ, ਆਪਣੇ ਚਰਨਾਂ ਦੀ ਪ੍ਰੀਤ ਦੀ ਦਾਤ ਸਤਿਗੁਰੂ ਆਪ ਆਏ। ਵਿਚਾਰ ਕਰਦਿਆਂ ਬੇਅੰਤ ਭੁੱਲਾਂ ਇਸ ਅਲਪਗ ਜੀ ਪਾਸੋਂ ਹੋਣੀਆਂ ਸੁਭਾਵਿਕ ਨੇ ਹੋਈਆਂ ਨੇ। ਸਾਧ ਸੰਗਤ ਆਪ ਸੰਗਤ ਧੰਨ ਗੁਰੂ ਨਾਨਕ ਸਾਹਿਬ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਬਿਰਧ ਹੈ। ਸਤਿਗੁਰੂ ਆਪ ਕਿਰਪਾ ਕਰਕੇ ਬਖਸ਼ ਲੈਣ। ਇਸੇ ਤਰ੍ਹਾਂ ਗੁਰੂ ਮੰਤ ਗੁਰੂ ਗ੍ਰੰਥ ਦੀ ਸਤਿਗੁਰੂ ਸੇਵਾ ਆਪ ਲੈਂਦੇ ਰਹਿਣ। ਆਓ ਸਾਧ ਸੰਗਤ ਆਪ ਸੰਗਤ ਦਾ ਧੰਨਵਾਦ, ਪ੍ਰਬੰਧਕ ਸੱਜਣਾਂ ਦਾ ਧੰਨਵਾਦ, ਸਿੰਘ ਸਾਹਿਬ ਹੋਰਾਂ ਦਾ ਧੰਨਵਾਦ ਜਿਨ੍ਹਾਂ ਦੇ ਆਸ਼ੀਰਵਾਦ ਸਦਕਾ ਆਪ ਪ੍ਰਭ ਰੂਪੀ ਸੰਤਾਂ ਦੇ ਦਿਦਾਰੇ ਹੋਏ। ਆਓ ਸਾਰੀ ਸੰਗਤ ਸਾਧ ਸੰਗਤ ਪ੍ਰੇਮ ਸਹਿਤ ਆਪ ਨੇ ਅਸੀਸ ਬਖਸ਼ਣੀ ਹੈ। ਅਖੀਰ ਵਿੱਚ ਆਪ ਦੇ ਵਚਨ ਸਰਵਣ ਕਰੋ ਸਮਾਪਤੀ ਹੈ ਜੀ। ਸਹਿਬ ਕਿਰਪਾ ਕਰਦੇ ਨੇ ਆਏ ਪਿਆ ਤੇਰੀ ਸ਼ਰਣਾਈ, ਜਿਉ ਭਾਵੈ ਤਿਉ ਲਹਿ ਮਿਲਾਈ। ਕਰ ਕਿਰਪਾ ਪ੍ਰਭ ਭਗਤੀ ਲਾਭੋ, ਸਚ ਨਾਨਕ ਅੰਮ੍ਰਿਤ ਪੀਏ ਜੀਓ।